सिंह महताब सिंह ने बीकानेरों आके, सुखा सिंह महताब सिंह ने बीकानेरों आके, उच्ची शान पंथ दी कीती मस्से नू झटका के, ਉੱਚੀ ਸ਼ਾਨ ਪੰਥ ਦੀ ਕੀਤੀ ਮੱਸੇ ਨੂੰ ਝਟਕਾ ਕੇ, पंथ विरोधी नहीं बख्शने, ਪੰਥ ਵਿਰੋਧੀ ਨਹੀਂ ਬਖਸ਼ਣੇ। वो कह के सन सरदार ਗਏ ਦੇ ਧਰਮ ਦੀ ਖਾਤਰ ਯੋਧੇ, हंस के जानवर ਗਏ हंस के जानवर गए, देश धर्म ने हंस सूर में। तारू सिंह ने सिखी खातर खोपर सिरों लहाया, ਤਾਰੂ ਸਿੰਘ ਨੇ ਸਿੱਖੀ ਖਾਤਰ ਖੋਪਰ ਸਿਰੋਂ ਲਹਾਇਆ, कौम दे बदले मनी सिंह ने बंद बंद कटवाया, ਕੌਮ ਦੇ ਬਦਲੇ ਮਣੀ ਸਿੰਘ ਨੇ ਬੰਦ ਬੰਦ ਕਟਵਾਇਆ, नहीं डरे ओ मौत दे कोलों, ਨਹੀਂ ਡਰੇ ਉਹ ਮੌਤ ਦੇ ਕੋਲੋਂ, ओ सिखी महल उसार ਗਏ ਦੇ ਧਰਮ ਦੀ ਖਾਤਰ ਯੋਧੇ, हंस के जानवर ਗਏ हंस के जानवर गए, देश धर्म ने हंस सूर में। ਗੁਰਮੁਖ ਸਿੰਘਾਂ ਤਨ ਖਾਲਸਾ ਤਨ ਇਹਦੀ ਕੁਰਬਾਨੀ, ਗੁਰਮੁਖ ਸਿੰਘਾ ਤਨ ਖਾਲਸਾ ਧਨ ਇਹਦੀ ਕੁਰਬਾਨੀ, ਜਦੋਂ ਵੀ ਮਸਲਾ ਬਣੇ ਕੌਮ ਤੇ ਮਾਰ ਜਾਂਦੇ ਜ਼ਿੰਦਗਾਨੀ, ਜਦੋਂ ਵੀ ਮਸਲਾ ਬਣੇ ਕੌਮ ਤੇ ਵਾਰ ਜਾਂਦੇ ਜ਼ਿੰਦਗਾਨੀ, ਕਹਿ ਚੰਗਿਆੜਾ ਜਸ ਚੰਨਵੀ, ਕਹਿ ਚੰਗਿਆੜਾ ਜਸ ਚੰਨਵੀ, ਉਹ ਗਾ ਸਿੰਘਾਂ ਦੀ ਵਾਰ ਗਏ ਦੇ ਧਰਮ ਦੀ ਖਾਤਰ ਯੋਧੇ, ਹੱਸ ਕੇ ਜਾਨਵਰ ਗਏ ਹੱਸ ਕੇ ਜਾਨਵਰ ਗਏ, ਦੇਸ਼ ਧਰਮ ਲਈ ਹੱਸ ਸੂਰ ਮੇ। ਰਾਜਨ ਮਹਿ ਤੂੰ ਰਾਜਾ ਕਹੀਐ, ਭੂਮਨ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ, ਕੋਮਨ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗਮਾ, ਉਸਤਤ ਕਵਨ ਕਰੀਜੈ ਕਰਤੇ ਪੇਖ ਰਹਿ ਬਿਸਮਾ ਜੁਗੋ ਜੁਗ ਅਟਲ, ਸ਼ਬਦ ਗੁਰੂ ਪ੍ਰਤੱਖ ਗੁਰੂ ਪੂਰਾ ਗੁਰੂ ਸਮਰੱਥ ਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਮੂਹ ਗੁਰੂ ਕੀਆਂ ਸੰਗਤਾਂ ਘਰਾਂ ਵਿੱਚ ਬੈਠ ਕੇ ਇੰਟਰਨੈਟ ਦੇ ਮਾਧਿਅਮ ਰਾਹੀਂ ਟੈਲੀਵਿਜ਼ਨ ਦੇ ਸਾਧਨ ਦੇ ਰਾਹੀਂ ਗੁਰੂ ਦਰਬਾਰ ਦੇ ਨਾਲ ਸੁਰਤ ਜੋੜ ਕੇ ਬੈਠੀਆਂ ਨੇ। ਸਮੂਹ ਸੰਗਤਾਂ ਇੱਕ ਵਾਰ ਰਸਨਾ ਪਵਿੱਤਰ ਕਰਿਓ, ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਸਾਹਿਬ ਜੀ ਨੇ ਅਪਾਰ ਰਹਿਮਤ ਕੀਤੀ ਹੈ, ਦਾਤਾ ਜੀ ਨੇ ਕਿਰਪਾ ਕੀਤੀ ਹੈ, ਤਰਸ ਕੀਤਾ ਹੈ। ਕਲਯੁਗ ਦੇ ਭਿਆਨਕ ਸਮੇਂ ਦੀ ਮਾਰ ਤੋਂ ਬਚਾ ਕੇ ਕੁਝ ਪਲ ਕੁਝ ਘੜੀਆਂ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਹੈ, ਜਿੱਥੇ ਆ ਕੇ ਮਨੁੱਖ ਦੀ ਆਤਮਾ ਦੀ ਤ੍ਰਿਪਤੀ ਹੁੰਦੀ ਹੈ, ਕੁਝ ਆਤਮਾ ਨੂੰ ਸਕੂਨ ਮਿਲਦਾ ਹੈ। ਆਤਮਾ ਭੜਕਦੀ ਹੈ, ਮਨ ਭੜਕਦਾ ਹੈ, ਉਹਦੀ ਸ਼ਾਂਤੀ ਨਹੀਂ ਲੱਭਦੀ। ਸ਼ਾਂਤੀ ਦਾ ਮਾਰਿਆ ਗੁਰੂ ਘਰ ਵਿੱਚ ਆਪਣੇ ਇਸ਼ਟ ਕੋਲ ਪਹੁੰਚਦਾ ਹੈ।
ਤੇ ਦਾਤਾ ਜੀ ਦਾ ਪਾਵਨ ਪਵਿੱਤਰ ਬਚਨ ਹੈ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹੁ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਜਿਹੜਾ ਗੁਰੂ ਦਾਤਾ ਹੈ, ਜੇਕਰ ਸਿੱਖ ਨੂੰ ਪਛਾਣ ਆ ਗਈ ਕਿ ਗੁਰੂ ਦਾਤਾ ਹੈ, ਉਹ ਰਸਨਾ ਤੋਂ ਗਾਉਂਦਾ ਹੈ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਨਾ। ਉਹ ਰਸਨਾ ਤੋਂ ਪੜਦਾ ਹੈ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਨ ਖਾਨ, ਆਪਣੇ ਦਾਸ ਕੀ ਆਪ ਪੈਦ ਰਾਖੀ ਨਾਨਕ ਸਦ ਕੁਰਬਾਨ। ਉਹ ਪੜਦਾ ਹੈ, ਅੰਨ ਖਾਣਾ ਕੱਪੜ ਪਹਿਨਣ ਦੀ ਆ, ਉਹ ਇਸ ਦੀ ਵਿਚਾਰ ਕਰਦਾ ਹੈ, ਵਰਤਨ ਕੋ ਪਾਣੀ, ਵੀ ਇੰਨਾ ਕੁਝ ਸਤਿਗੁਰੂ ਨੇ ਦਿੱਤਾ ਹੈ। ਜੇਕਰ ਉਹਨੂੰ ਸਮਝ ਆ ਗਈ, ਜਿਹੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਬਨਵਾਏ, ਜਿਸ ਦਾਤੇ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਪ੍ਰਾਪਤ ਹੋ ਰਿਹਾ। ਕਿਉਂਕਿ ਸਤਿਗੁਰੂ ਜੀ ਦੇਵਨਹਾਰ ਨੇ, ਦਾਤਾ ਦੇਵਨਹਾਰ ਹੈ, ਤੇ ਦੂਜਾ ਸੰਸਾਰ ਤੇ ਦਾਤਾ ਕੋਈ ਨਹੀਂ, ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ। ਦਾਤਾ ਇੱਕ ਹੈ, ਮੰਗਣ ਵਾਲੇ ਅਨੇਕਾਂ ਨੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਸਵਈਆਂ ਦੀ ਬਾਣੀ ਦੇ ਵਿੱਚ ਦਰਜ ਕੀਤਾ ਹੈ। ਅਸੀਂ ਜਿਹੜੀ ਤੁਕ ਪੜ੍ਹਦੇ ਹਾਂ, ਜਾਚਕ ਅਨੇਕ ਸੋ ਏਕ ਦਵਈਆ। ਜਾਚਕ ਅਨੇਕ ਨੇ, ਦੇਣ ਵਾਲਾ ਇੱਕ ਹੈ। ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ ਹੋ। ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਿਟਈਆ ਕਿਦੋਂ ਮਾਨੀ ਮਹਾਮਾਨ ਹੋ। ਵੀਰ ਅਪਾਰ ਵੱਡੇ ਬਰਿਆਰ ਅਵਤਾਰ ਹੈ, ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਮਾਤਿਕ ਜਾਨ ਕੇ ਮਾਨ ਮਲਈਆ। ਗਾੜੇ ਗੜਾਣ ਕੇ ਤੋੜਨ ਹਰਸੋ ਬਾਤ ਨਹੀਂ, ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਦੇਣ ਵਾਲਾ ਇੱਕੋ ਹੀ ਹੈ। ਤੇ ਜੇਕਰ ਜਿਸ ਨੂੰ ਇਹ ਸਮਝ ਆ ਗਈ, ਤਨ ਧਨ ਸੰਪੈ ਸੁਖ ਦਿਓ, ਅਰਜੇ ਨੀਕੇ ਧਾਮ ਸੁੰਦਰ ਮਹਿਲ ਮਾੜੀਆਂ। ਮਕਾਨ ਰਹਿਣ ਵਾਸਤੇ ਚੰਗਾ ਰਹਿਸ਼ ਦਾ ਪ੍ਰਬੰਧ ਵਾਹਿਗੁਰੂ ਨੇ ਕਰਕੇ ਦਿੱਤਾ ਹੈ। ਤਨ ਵੀ ਦਿੱਤਾ ਹੈ, ਧਨ ਵੀ ਦਿੱਤਾ ਹੈ, ਸੰਪਦਾ ਜਾਇਦਾਦ ਵੀ ਦਿੱਤੀ ਹੈ। ਤੇ ਜੇ ਇੰਨੀਆਂ ਦਾਤਾਂ ਪ੍ਰਾਪਤ ਕਰਕੇ ਵੀ ਦਾਤੇ ਨੂੰ ਭੁੱਲ ਗਿਆ, ਦਾਤੇ ਦਾ ਸ਼ੁਕਰਾਨਾ ਨਾ ਕੀਤਾ, ਜੇਕਰ ਇਹ ਪਤਾ ਰਹਿ ਗਿਆ ਨਾ ਕਿ ਦਾਤੇ ਦੀਆਂ ਦਾਤਾਂ ਨੇ, ਤੇ ਫਿਰ ਸਿੱਖ ਆਪਣੇ ਗੁਰੂ ਨੂੰ ਦਾਤਾ ਜਾਣ ਕੇ ਇੰਨੀ ਗੱਲ ਜ਼ਰੂਰ ਕਹਿੰਦਾ ਹੈ, ਜਿਸ ਕਾ ਦਿਆ ਪਹਿਰੇ ਖਾਏ, ਜਿਹਦਾ ਦਿੱਤਾ ਹੋਇਆ ਖਾਣੇ ਆ, ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੇ। ਉਹ ਵਿਸਰੇ ਕਿਉਂ, ਉਸ ਨੂੰ ਯਾਦ ਰੱਖਣਾ। ਤੇ ਜਿਹੜਾ ਯਾਦ ਨਹੀਂ ਰੱਖਦਾ, ਉਸ ਨੂੰ ਸਹਿਬ ਅਕਿਰਤ ਕਣ ਜਾਂ ਸਾਗਰ ਦੀ ਕੈਟਾਗਰੀ ਦੇ ਵਿੱਚ ਲੈ ਜਾਂਦੇ ਨੇ। ਗੁਰੂ ਦਾਤਾ ਹੈ, ਉਹਦਾ ਕੰਮ ਹੈ ਦੇਣਾ, ਤੇ ਗੁਰੂ ਦਿੰਦਾ ਹੈ। ਜਿਹੜੇ ਸਿੱਖ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਉਹ ਸ਼ੁਕਰਾਨਾ ਕਰਨ ਪਹੁੰਚਦਾ ਹੈ। ਅਗਲਾ ਬਚਨ ਹੈ, ਗੁਰ ਦਾਤਾ ਗੁਰ ਹਿਵੈ ਘਰ। ਦਾਤੇ ਤੋਂ ਬਾਅਦ ਉਹ ਸ਼ਾਂਤੀ ਦਾ ਘਰ ਹੈ, ਉਹ ਬਰਫ਼ ਦਾ ਠੰਡਕ ਦਾ ਘਰ ਹੈ। ਜਿਹੜੇ ਮਨ ਅਸ਼ਾਂਤ ਹੋਏ ਨੇ, ਮਨ ਕਲਪਦੇ ਨੇ, ਉਹਨਾਂ ਨੂੰ ਠੰਡਕ ਪਹੁੰਚਾਉਣ ਵਾਸਤੇ ਨਿਮਖੇ ਕਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਮਨ ਨੂੰ ਠੰਡਕ ਦੇਂਦਾ ਕੇਵਲ ਗੁਰੂ। ਤੇ ਗੁਰੂ ਦੀਪਕ ਵੀ ਹੈ। ਜਿੱਥੇ ਅਗਿਆਨ ਦਾ ਹਨੇਰਾ ਹੈ, ਉਸ ਹਨੇਰੇ ਨੂੰ ਕੇਵਲ ਗੁਰੂ ਹੀ ਦੂਰ ਕਰ ਸਕਦਾ, ਔਰ ਗੁਰੂ ਹੀ ਕਰਦਾ ਹੈ। ਗੁਰੂ ਨੂੰ ਇੱਥੇ ਦੀਪਕ ਆਖਿਆ ਹੈ। ਕਈ ਸੁਣਨ ਵਾਲੇ ਪੜ੍ਹਨ ਵਾਲੇ ਵੇਖਦੇ ਨੇ ਕਿ ਸੂਰਜ ਅੱਗੇ ਦੀਵੇ ਦੀ ਕੀ ਵੈਲਿਊ ਰਹਿ ਜਾਂਦੀ, ਇਸ ਕਰਕੇ ਸੂਰਜ ਕਿਉਂ ਨਹੀਂ, ਇਹ ਤਪਸ਼ੀ ਦੀਵਾ ਹੀ ਕਿਉਂ ਕਹਿ ਦਿੱਤਾ। ਦੀਵਾ ਇਸ ਕਰਕੇ ਕਿਸੇ ਬੇਸਮੈਂਟ 'ਚ, ਕਿਸੇ ਭੋਰੇ 'ਚ, ਜਿੱਥੇ ਸੂਰਜ ਦੀ ਕੋਈ ਕਿਰਨ ਕੰਮ ਨਹੀਂ ਕਰਦੀ, ਜਿੱਥੇ ਸੂਰਜ ਦੀ ਕੋਈ ਤਾਕਤ ਨਹੀਂ ਕੰਮ ਕਰਦੀ, ਉੱਥੇ ਦੀਵਾ ਕੰਮ ਕਰਦਾ ਹੈ। ਦੀਵੇ 'ਚ ਸਮਰੱਥਾ ਹੈ। ਮਨੁੱਖ ਜਿੱਥੇ ਵੀ ਚਲਾ ਜਾਵੇ, ਉਹਨੂੰ ਚਾਨਣ ਦੀ ਲੋੜ ਪਵੇਗੀ, ਦੀਵਾ ਉਹਨੂੰ ਚਾਨਣ ਜ਼ਰੂਰ ਦੇ ਦਿੰਦਾ। ਪਰ ਅਗਾਂਹ ਸ਼ਰਤ ਵੀ ਹੈ, ਦੀਵਾ ਬੁਝਿਆ ਵੀ ਦੀਵਾ ਹੁੰਦਾ, ਤੇ ਦੀਵਾ ਜਗਦਾ ਵੀ ਦੀਵਾ ਹੁੰਦਾ। ਬੁਝਿਆ ਹੋਇਆ ਦੀਵਾ ਸੋਨੇ ਦਾ ਵੀ ਹੋਵੇ, ਕੱਖ ਨਹੀਂ ਕਰੇਗਾ। ਮਿੱਟੀ ਦਾ ਹੋਵੇ ਪਰ ਜਗਦਾ ਹੋਵੇ, ਮਨੁੱਖ ਨੂੰ ਰੋਸ਼ਨੀ ਦਿੰਦਾ ਹੈ, ਉਸ ਨੂੰ ਚਾਨਣ, ਉਹਨੂੰ ਗਿਆਨ ਦਿੰਦਾ ਹੈ। ਕਿਹੜੀ ਚੀਜ਼ ਕਿੱਥੇ ਪਈ ਹੈ, ਅੱਗੇ ਟੋਆ ਹੈ ਕਿ ਖੂਹ ਹੈ ਕਿ ਰਸਤਾ ਸਾਫ਼ ਹੈ, ਇਸ ਦੀ ਜਾਣਕਾਰੀ ਵਾਸਤੇ ਉਹਨੂੰ ਦੀਪਕ ਚਾਹੀਦਾ। ਤੇ ਸਤਿਗੁਰੂ ਆਖਦੇ, ਦੀਪਕ ਇੱਥੇ ਹੀ ਦੀਵਾ ਚਾਨਣ ਨਹੀਂ ਕਰਦਾ, ਗੁਰ ਦੀਪਕ ਤੇ ਹੋ ਲੋਏ। ਤੇਰੇ ਤਿੰਨਾਂ ਲੋਕਾਂ ਦੀ ਉਹਨੂੰ ਸੋਝੀ ਦੇ ਕੇ ਤੈਨੂੰ ਚਾਨਣ ਕਰਾਉਂਦਾ। ਐਸੇ ਸਮਰੱਥ ਗੁਰੂ ਦੇ ਕੋਲ ਸਿੱਖ ਪਹੁੰਚਦਾ ਹੈ, ਤੇ ਗੁਰੂ ਤਰਸ ਕਰਦਾ ਹੈ, ਤੇ ਗੁਰੂ ਆਪਣੇ ਚਰਨਾਂ ਦੇ ਨਾਲ ਜੋੜਦਾ। ਆਪ ਬੜੀ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹੋ, ਗੁਰੂ ਚਰਨਾਂ ਦੇ ਓਟ ਆਸਰਾ ਲੈਂਦੇ ਹੋ।
ਗੁਰੂ ਹੀ ਸਭ ਕੁਝ ਹੈ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਤੋਂ ਬਿਨਾ ਗੱਲ ਹੀ ਕੋਈ ਨਹੀਂ। ਤੇ ਇਸ ਕਰਕੇ ਸਾਹਿਬ ਕਹਿੰਦੇ ਗੁਰੂ ਗੁਰੂ ਕਰ ਰੇ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਗੁਰੂ ਬਿਨਾ ਤਾਂ ਕੁਝ ਹੋਰ ਹੈ ਨਹੀਂ ਨਾ। ਸਾਡੇ ਜੀਵਨ 'ਚ ਕੇਵਲ ਗੁਰੂ ਤੇ ਗੁਰੂ ਦੀ ਲੋੜ। ਤੇ ਐਸਾ ਸਮਰੱਥ ਗੁਰੂ ਜਿਸ ਨੇ ਕਿਰਪਾ ਕੀਤੀ, ਅਰਦਾਸ ਕਰੋ ਸਮਰੱਥ ਗੁਰੂ ਸਿਰ ਹੱਥ ਧਰਿਓ। ਜੇ ਗੁਰੂ ਹੱਥ ਰੱਖ ਦੇਵੇ ਤੇ ਸਰਬ ਕਲਾ ਸਮਰੱਥ ਗੁਰੂ ਹੈ। ਬੜੀਆਂ ਬਰਕਤਾਂ ਮਿਲਦੀਆਂ ਨੇ। ਸ਼ੁਕਰਾਨਾ ਕਰਨ ਪਹੁੰਚੇ ਹੋ। ਆਓ ਝੁਕਾਇਓ ਸਤਿਗੁਰੂ ਜੀ ਨੂੰ ਸੀਸ। 18ਵੀਂ ਸਦੀ ਦਾ ਮਹਾਨ ਇਤਿਹਾਸ ਜਿਸ ਦਾ ਜ਼ਿਕਰ ਆਪ ਜੀ ਨੇ ਇੱਕ ਰਚਨਾ ਵਿੱਚ ਸਾਂਝਾ ਕੀਤਾ ਹੈ, ਸਰਵਣ ਕੀਤਾ ਹੈ। ਉਹ ਮਹਾਨ ਯੋਧੇ 18ਵੀਂ ਸਦੀ ਦੇ ਵਿੱਚ ਹੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਸੁੱਖਾ ਸਿੰਘ, ਮਹਿਤਾਬ ਸਿੰਘ, ਬਾਬਾ ਤਾਰੂ ਸਿੰਘ, ਭਾਈ ਤਾਰਾ ਸਿੰਘ ਵਾਂ ਬੜੇ ਬੜੇ ਯੋਧੇ ਚੜ੍ਹਦੀ ਕਲਾ ਵਾਲਿਆਂ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ। ਤੇ ਲੜੀ ਦੇ ਨਾਲ ਮਤਲਬ ਇਹ ਹੁੰਦਾ ਕਿ ਹਰ ਪੱਖ ਨੂੰ ਵਾਚ ਕੇ, ਹਰ ਪੱਖ ਨੂੰ ਧਿਆਨ ਵਿੱਚ ਰੱਖ ਕੇ ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ ਜੀ। ਆਓ ਜਿੱਥੇ ਆਪ ਜੀ ਨੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ, ਉਪਰੰਤ ਭਾਈ ਗੁਰਸੇਵਕ ਸਿੰਘ ਜੀ, ਦਲ ਬਾਬਾ ਵਿਧੀ ਚੰਦ ਸੁਰ ਸਿੰਘ ਵਾਲਿਆਂ ਪਾਸੋਂ ਆਪ ਜੀ ਨੇ ਮਨੋਹਰ ਬਚਨ ਸਰਵਣ ਕੀਤੇ ਨੇ। ਆਓ ਮੀਰੀ ਪੀਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਹੋਈ ਢਾਡੀ ਕਲਾ ਦੇ ਨਾਲ ਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਣ ਦੇ ਮਾਂ ਵਾਕ ਅਨੁਸਾਰ ਇਤਿਹਾਸ ਦੀ ਲੜੀ ਨੂੰ ਅਗੇਰੇ ਤੋਰਨ ਦਾ ਯਤਨ ਕਰੀਏ। ਝੁਕਾਇਓ ਸੀਸ, ਬਖਸ਼ੋ ਅਸੀਸ ਤੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਵੀ ਦਾ ਲਿਖਿਆ ਸ਼ਬਦ ਹੈ, ਇੱਕ ਗੁਰੂ ਦਾ ਲਿਖਿਆ ਪੰਕਤੀ ਸ਼ਬਦ ਹੈ। ਕਵੀ ਆਖਦਾ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਮੇਰੇ ਦਾਤਾਰ ਜੀ ਨੇ ਇੱਕ ਤੁਕ ਬਖਸ਼ਿਸ਼ ਕੀਤੀ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਜੇਕਰ ਗੁਰਬਾਣੀ ਦਾ ਬੋਧ ਨਹੀਂ, ਗੁਰਬਾਣੀ ਦਾ ਗਿਆਨ ਨਹੀਂ, ਤੇ ਸੱਚ ਜਾਣਨਾ ਇਤਿਹਾਸ ਦੇ ਨਾਲ ਇਨਸਾਫ ਕਦੇ ਨਹੀਂ ਹੋ ਸਕਦਾ। ਜੇਕਰ ਗੁਰਬਾਣੀ ਦੀ ਰੋਸ਼ਨੀ ਵਿੱਚ ਇਤਿਹਾਸ ਨੂੰ ਨਾ ਵੇਖਿਆ ਜਾਏ, ਹਾਲਾਂਕਿ ਅਸੀਂ ਆਪਣੇ ਭਾਰਤ ਦੀ ਕਰੰਸੀ ਬੜੀ ਜ਼ਿਆਦਾ ਨਕਲੀ ਆਉਂਦੀ ਹੈ। ਜਿਹੜਾ ਵੀ ਵੱਡਾ ਨੋਟ ਫੜਦੇ ਆ, ਕਾਣੀ ਜੀ ਅੱਖ ਕਰਕੇ ਚਾਨਣ ਵੱਲ ਵੇਖ ਕੇ ਪਤਾ ਨਹੀਂ ਉਹਦੇ ਵਿੱਚੋਂ ਕੀ ਐਸੀ ਚੀਜ਼ ਵੇਖਣ ਦਾ ਯਤਨ ਕਰਦੇ ਆ ਜਿਹਦੇ ਨਾਲ ਸਾਨੂੰ ਇਹ ਪਤਾ ਲੱਗਦਾ ਕਿ ਨੋਟ ਅਸਲੀ ਹੈ ਕਿ ਨਕਲੀ ਹੈ। ਸਾਨੂੰ ਲੋੜ ਪੈਂਦੀ ਹੈ ਉਸ ਵਕਤ ਰੋਸ਼ਨੀ ਦੀ, ਜਿਹੜੀ ਇਹ ਦੱਸ ਦੇਵੇ ਕਿ ਨੋਟ ਸਹੀ ਹੈ ਜਾਂ ਗਲਤ ਹੈ। ਭਾਵ ਸਾਡੇ ਕੋਲ ਉਹਨੂੰ ਵੀ ਚੈੱਕ ਕਰਨ ਵਾਸਤੇ ਕੁਝ ਹੈ ਨਾ। ਇਤਿਹਾਸ ਦਾ ਪੱਖ ਕਿਹੜਾ ਸਹੀ ਹੈ ਉਹ ਗੁਰਬਾਣੀ ਫੈਸਲਾ ਕਰਕੇ ਦੱਸੇਗੀ। ਗੁਰਬਾਣੀ ਦਾ ਬਚਨ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾ ਦੇ। ਤੇ ਸਿੱਖ ਇਹ ਦਾਵਾ ਕਰਦਾ, ਅਰਦਾਸ ਕਰਦਾ ਹੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਸਮਝਣਾ ਬੜਾ ਔਖਾ ਪੈ ਜਾਏਗਾ ਜੇਕਰ ਇਸ ਗੱਲ ਨੂੰ ਖੋਲਿਆ ਨਾ, ਤੇ ਜੇਕਰ ਇਹ ਗੰਢ ਖੁੱਲੀ ਨਾ। ਜਿਵੇਂ ਇੱਕ ਗੰਢ ਨੂੰ ਖੋਲਣ ਵਾਸਤੇ ਦੂਸਰੀ ਗੰਢ ਜ਼ਰੂਰੀ ਹੈ। ਮੈਂ ਕਿਤੇ ਸ਼ਬਦ ਪੜ੍ਹਿਆ ਸੀ, ਉਹ ਆਪ ਵੀ ਸੰਗਤਾਂ ਬਜ਼ੁਰਗ ਜਾਣਦੇ ਹੋ ਬੈਠੇ ਜਿਹੜੇ। ਪਹਿਲਾਂ ਇੱਕ ਪੰਜਾਬੀ ਦੀ ਕਹਾਵਤ ਚੱਲਿਆ ਕਰਦੀ ਸੀ, ਕੰਡੇ ਨੂੰ ਕੰਡਾ ਹੀ ਕੱਢਦਾ। ਕੰਡਾ ਕੱਢਣ ਲੱਗਿਆਂ ਵੀ ਕੰਡੇ ਦੀ ਲੋੜ ਪੈ ਜਾਂਦੀ ਹੈ। ਇੱਕ ਗੁਰਬਾਣੀ ਦੀ ਗੰਢ ਨੂੰ ਖੋਲਣ ਵਾਸਤੇ ਗੁਰਬਾਣੀ ਦਾ ਹੀ ਪ੍ਰਮਾਣ ਨਾਲ ਦੂਸਰਾ ਦਰਦ ਹੈ, ਜਿਹਦੀ ਸਮਾਪਤੀ ਤੇ ਸਾਨੂੰ ਕੁਝ ਸਤਿਗੁਰੂ ਪ੍ਰਮਾਣ ਬਖਸ਼ਿਸ਼ ਕਰਦੇ ਨੇ। ਰਾਜ ਨਾ ਚਾਹੋ ਦੀ ਗੱਲ ਕਰਨੀ ਹੈ ਕਿ ਰਾਜ ਕਰੇਗਾ ਖਾਲਸਾ ਦੀ ਗੱਲ ਕਰਨੀ ਹੈ। ਇਹ ਦੋਵੇਂ ਚੀਜ਼ਾਂ ਕਿਵੇਂ ਸਾਨੂੰ ਸਮਝ ਵਿੱਚ ਆਉਣਗੀਆਂ? ਮੇਰੇ ਦਾਤਾਰ ਜੀ ਨੇ ਇੱਕ ਹੋਰ ਤੁਕ ਬਖਸ਼ਿਸ਼ ਕੀਤੀ ਹੈ, ਜਿਹਦਾ ਅਰਥ ਕਰਨ ਤੋਂ ਅਸੀਂ ਸਾਰੇ ਤਕਰੀਬਨ ਨਾਕਾਮਯਾਬ ਰਹੇ ਹਾਂ। ਜਿਹਦੇ ਕਰਕੇ ਇੱਕ ਕੱਲ ਦਾ ਭਈਆ ਜੰਮਿਆ ਹੁਣ ਤੇ ਉਹ ਫ੍ਰਿਜ ਚ ਲਾਇਆ ਪਿਆ ਮਰ ਮੁੱਕ ਗਿਆ। ਉਸ ਨੇ ਗੱਲ ਕਹੀ ਕਿ ਗੁਰਬਾਣੀ ਦੀ ਇਹ ਗੱਲ ਕਸੌਟੀ ਤੇ ਖਰੀ ਨਹੀਂ ਉਤਰਦੀ। ਗੱਲ ਕੀ, ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਹੁਣ ਇੱਕ ਕੱਲ ਦਾ ਉੱਠਿਆ ਭਈਆ ਜਿਹੜਾ ਸਾਰਾ ਪੰਜਾਬ ਲੁੱਟ ਕੇ ਖਾ ਗਿਆ, ਉਹਦੀ ਮਰੇ ਹੋਏ ਦੀ ਦੇਹ ਵੀ ਜਿਹੜੀ ਉਹਨਾਂ ਨੇ ਫ੍ਰਿਜ 'ਚ ਰੱਖੀ ਆ ਡਰਾਮਾ ਇਹ ਕਰਨ ਵਾਸਤੇ ਕਿ ਉਹ ਅਜੇ ਸਮਾਧੀ 'ਚ ਹੈ। ਉਹਨੂੰ ਰੱਖਿਆ ਵੀ ਦਿੱਤੀ ਗਈ ਹੈ, ਖਰਚਾ ਸਰਕਾਰ ਕਰ ਰਹੀ ਹੈ। ਇੱਕ ਇਹੋ ਜਿਹੇ ਬੰਦੇ ਦੀ ਕੀ ਔਕਾਤ ਹੈ ਕਿ ਇੰਨੀ ਵੱਡੀ ਗੱਲ ਕਹਿ ਜਾਏ।
ਵੀ ਅੱਜ ਸਾਇੰਸ ਦਾ ਯੁੱਗ ਹੈ। ਅੱਜ ਮਰੇ ਹੋਏ ਬੰਦੇ ਦੀ ਕਿਡਨੀ ਕੰਮ ਆ ਜਾਂਦੀ ਹੈ, ਦਿਲ ਕੰਮ ਆ ਜਾਂਦਾ, ਅੱਖਾਂ ਕੰਮ ਆ ਜਾਂਦੀਆਂ ਨੇ। ਉਹ ਬੜੇ ਕੁਝ ਦੱਸ ਗਿਆ ਵੀ ਆ ਕੰਮ ਆਉਂਦਾ, ਤੇ ਗੁਰਬਾਣੀ ਕਹਿੰਦੀ ਨਰੂ ਮਰੇ ਨਰ ਕਾਮ ਨਾ ਆਵੇ। ਮੈਂ ਅਕਸਰ ਇਹ ਬੇਨਤੀ ਕਰਦਾ ਹਾਂ, ਗੁਰੂ ਕੀ ਬਾਣੀ ਨੂੰ ਸਮਝਣ ਵਾਸਤੇ ਇੱਕ ਤੁਕ ਨੂੰ ਹਮੇਸ਼ਾ ਯਾਦ ਰੱਖੋ। ਉਹ ਕੀ ਹੈ? ਏਵਡ ਊਚਾ ਹੋਵੇ ਕੋਏ ਤਿਸ ਊਚੇ ਕੋ ਜਾਣੇ ਸੋਏ। ਅਸੀਂ ਹਾਂ ਗੁਰੂ ਵਰਗੇ ਕਿਤੇ? ਅਸੀਂ ਤਾਂ ਸਿੱਖ ਵੀ ਨਹੀਂ ਜਿਹੜਾ ਗੁਰੂ ਆਖਦਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ। ਜਿਹੜਾ ਸਿੱਖ ਕਹਿਲਾਉਂਦਾ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ? ਸ਼ਬਦ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਜਿਹੜੀ ਤੁਕ ਖਾਸ ਹੈ ਫਿਰ ਚੜਿਆ ਦਿਵਸ ਗੁਰਬਾਣੀ ਗਾਵੇ। ਸ਼ਾਇਦ ਇਸ ਕਸਵੱਟੀ ਤੇ ਅਸੀਂ ਗੁਰਸਿੱਖ ਵੀ ਖਰੇ ਨਹੀਂ ਉਤਰਦੇ। ਤੇ ਗੁਰੂ ਨੂੰ ਸਮਝਣਾ, ਗੁਰੂ ਵਰਗੇ ਹੋਣਾ ਤੇ ਬਹੁਤ ਵੱਡੀ ਗੱਲ ਹੋਵੇਗੀ। ਗੱਲ ਉੱਥੇ ਲੈ ਕੇ ਆਵਾਂ, ਨਰੂ ਮਰੈ ਨਰ ਕੰਮ ਨਾ ਆਵੇ। ਸਾਡੀ ਮਤ ਥੋੜੀ, ਮੈਂ ਅਕਸਰ ਹੀ ਜਦੋਂ ਐਸੀ ਕੋਈ ਗੱਲਬਾਤ ਦਾ ਵਿਸ਼ਾ ਬਣ ਜਾਏ ਇਹ ਸਾਂਝੀ ਜ਼ਰੂਰ ਕਰਦਾ ਕਿ ਉਹ ਆਸ਼ੂਤੋਸ਼ ਹੀ ਨਹੀਂ ਗੱਲ ਕਹਿ ਗਿਆ, ਚੋਟ ਕਰ ਗਿਆ, ਜਵਾਬ ਦਿਓ। ਤੁਹਾਡੇ ਗੁਰੂ ਤੇ ਸਵਾਲੀਆ ਚਿੰਨ੍ਹ ਖੜਾ ਕਰਦਾ ਹੈ। ਸਮਝਣ ਦੀ ਇੰਨੀ ਕੁ ਲੋੜ ਹੈ। ਦੋ ਸ਼ਬਦ ਵਰਤੇ ਮੇਰੇ ਦਾਤਾਰ ਜੀ ਨੇ, ਇੱਕ ਨਰੂ ਸ਼ਬਦ ਹੈ, ਇੱਕ ਨਰ ਸ਼ਬਦ ਹੈ। ਨਰੂ ਨੂੰ ਨਰ ਦੇ ਨਾਲ ਮਿਲਾ ਕੇ ਨਾ ਵੇਖਿਆ ਜਾਵੇ ਕਿ ਨਰ ਮਰ ਜਾਏ। ਕੀ ਹੈ? ਨਰੂ ਮਰੈ ਨਰ ਕੰਮ ਨਾ ਆਵੇ। ਨਰੂ ਕੀ ਚੀਜ਼ ਹੈ? ਜਿਹੜੀ ਨਰੂ ਮਰ ਗਈ ਤੇ ਨਰ ਕੰਮ ਨਹੀਂ ਆਇਆ, ਉਸ ਚੀਜ਼ ਨੂੰ ਤੇ ਪਹਿਲਾਂ ਸਮਝ ਲਈਏ। ਨਰੂ ਦਾ ਮਤਲਬ ਹੈ ਇਨਸਾਨੀਅਤ, ਨਰ ਦਾ ਮਤਲਬ ਹੈ ਇਨਸਾਨ। ਨਰੂ ਦਾ ਮਤਲਬ ਹੈ ਮਨੁੱਖਤਾ ਤੇ ਨਰ ਦਾ ਮਤਲਬ ਹੈ ਮਨੁੱਖ। ਹੁਣ ਮਨੁੱਖ ਤੇ ਮਨੁੱਖਤਾ ਦੋ ਚੀਜ਼ਾਂ ਵੱਖਰੀਆਂ ਨੇ, ਇਨਸਾਨ ਤੇ ਇਨਸਾਨੀਅਤ ਦੋ ਚੀਜ਼ਾਂ ਵੱਖਰੀਆਂ ਨੇ। ਇਸੇ ਤਰੀਕੇ ਨਾਲ ਉਸ ਭਾਸ਼ਾ ਦੇ ਵਿੱਚ ਨਰ ਵੱਖਰਾ ਚੀਜ਼ ਹੈ, ਨਰੂ ਵੱਖਰੀ ਚੀਜ਼ ਹੈ। ਹੁਣ ਸਮਝਣ ਦਾ ਸੌਖਾ ਨੇੜੇ ਕਰ ਲਈਏ, ਜਿਹੜਾ ਇਨਸਾਨ ਉਹਦੇ ਅੰਦਰੋਂ ਇਨਸਾਨੀਅਤ ਮਰ ਜਾਏ ਨਾ, ਉਹ ਇਨਸਾਨ ਕਿਸੇ ਕੰਮ ਨਹੀਂ। ਜਿਸ ਮਨੁੱਖ ਅੰਦਰੋਂ ਮਨੁੱਖਤਾ ਹੀ ਖਤਮ ਹੋ ਗਈ, ਉਹ ਇਨਸਾਨ ਮਨੁੱਖ ਕਿਹੜੇ ਕੰਮ ਹੈ? ਇਸੇ ਕਰਕੇ ਸਾਹਿਬ ਨੇ ਕਿਹਾ ਨਰੂ ਮਰੈ ਨਰ ਕਾਮ ਨਾ ਆਵੇ। ਨਰੂ ਉਹਦੇ ਅੰਦਰ ਇਨਸਾਨੀਅਤ ਸੀ, ਗੁਣ ਹੈ, ਮਰ ਗਿਆ, ਉਹ ਕਿਸੇ ਕੰਮ ਨਹੀਂ, ਉਹ ਤੇ ਪਸ਼ੂ ਹੈ। ਤੇ ਜੇਕਰ ਉਸ ਅੰਦਰ ਬੈਠਾ ਪਸ਼ੂ ਨਾ ਮਰਿਆ, ਇਹ ਕਾਹੇ ਜੋਗਾ ਨਹੀਂ। ਜਿਸ ਦਿਨ ਇਹਦੇ ਅੰਦਰ ਬੈਠਾ ਪਸ਼ੂ ਮਰ ਗਿਆ, ਫਿਰ ਇਹ ਸਾਰੇ ਕਾਜ ਸਵਾਰਨ ਦੇ ਸਮਰੱਥ ਹੋ ਸਕਦਾ ਹੈ। ਕਿਵੇਂ? ਇਹ ਵੀ ਗੱਲ ਆਪਾਂ ਗੁਰਬਾਣੀ ਤੋਂ ਪੁੱਛ ਲਈਏ। ਗੁਰਬਾਣੀ ਆਖਦੀ ਹੈ ਇਹ ਤੁਸੀਂ ਬੰਦਾ ਵੇਖ ਰਹੇ ਹੋ, ਇਹ ਬੰਦਾ ਨਹੀਂ ਹੋ ਸਕਦਾ, ਡੰਗਰ ਹੀ ਹੋਵੇ, ਪਸ਼ੂ ਹੋਵੇ। ਕਰਤੂਤ ਪਸ਼ੂ ਕੀ ਮਾਨਸ ਜਾਤ। ਇਹ ਵੇਖਣ ਚ ਮਾਨਸ ਤਾਂ ਹੈ, ਹਕੀਕਤ ਇਹ ਮਾਨਸ ਨਹੀਂ, ਇਹ ਤੇ ਪਸ਼ੂ ਹੈ। ਇੱਕ ਅਦੀਬ ਲਿਖਦਾ ਹੈ, ਉਹ ਕਹਿੰਦਾ ਹੈ जफर आदमी उसको ना जानिएगा, जफर आदमी उसको ना जानिएगा, खा कितना हो साहिबो फाहिमे जका, जिसे ऐश में ज़ादे खुदा ना रही, जिसे तैश में खौफे खुदा ना रहा। जेड़ा ऐश विच आके खुदा दी जात भुल जाए, जोर विच ताकत विच आके खुदा दा डर भुल जाए, डर हकीकत बंदा नहीं, आदमी ना समझ लेना ये अंदरों कुछ होर हो सकता है। इस तरीके नाल गुरबाणी नूं गुरबाणी दा नाल समझना। राज ना चाहो मुक्त ना चाहो, मन प्रीत चरण कमलारे। दूसरे पासे राज करेगा खालसा। जेकर इन्हां दी उपरली हकीकत वेखीए ते मेरे गुरु ने आख्या है खालसा मेरो रूप है खास, खालसे मैं हो करो निवास। जेकर गुरु दी समर्था वेखीए, गुरु ने आख्या जिनकी जात गोद कुल माही, सिरदारी ना भई कदाही, इन्हीं को सरदार बनाऊं तब है गोबिंद सिंह नाम कहाऊं। राज चाहते हैं पर जेड़ी मर्यादा गुरु ने दिती है, जिस मर्यादा दे विच गल कही गई है, राजन मह तू राजा कही है, भूमन मैं भूमा, ठाकुर मैं ठकुराई, तेरी कोमन सिर कोमा। जिस मर्यादा दे विच यह गल कही गई है, छत्रधारी छत्रीपत, शैल रूप शतनाथ छौणी कर छाया बर, छत्रीपत गई है विश्वनाथ विश्वंबर बैदनाथ बाला कर, बाजीगर बाण धारी बंधन बताई है, न्योली कर्म दूधा धारी विद्या धार ब्रह्मचारी, ध्यान को लगावा नैक ध्यान होना पाई है। राजन के राजा महाराजन के महाराजा, ऐसो राज छोड़ और दूजा कौन त्याई है। केड़ा राज चाहते हाँ? भगत रविदास जी ने
ਗੁਰੂ ਕੀ ਬਾਣੀ ਅੰਦਰ ਦਰਜ ਕੀਤਾ ਹੈ। ਉਹ ਇੱਕ ਸ਼ਹਿਰ ਚਾਹੀਦਾ ਹੈ ਜਿਹਨੂੰ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਉ, ਜਿੱਥੇ ਕੋਈ ਗਮ ਨਾ ਹੋਵੇ, ਬੇਗਮਪੁਰਾ ਬਣਾਉਣਾ। ਔਰ ਉਹਦੇ ਅੰਦਰ ਇਹ ਅਸੂਲ ਰੱਖੇ ਜਾਣਗੇ, ਜਦੋਂ ਇਸ ਰਾਜ ਭਾਗ ਦੀ ਪ੍ਰਾਪਤੀ ਹੈ, ਜਿਸ ਰਾਜ ਦੇ ਬਦਲੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ। ਹੁਣ ਉਹ ਕੀ ਹੈ, ਸਰਕਾਰ ਤਾਰੂ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੀ ਆ, ਰਾਜ ਕਰਨਾ ਹੀ ਕਹਿੰਦਾ ਨਹੀਂ, ਮੈਨੂੰ ਚਰਨ ਕਮਲਾਂ ਦੀ ਪ੍ਰੀਤ ਚਾਹੀਦੀ। ਇਹ ਵੇਖਦੇ ਲਈਆ ਕਿਹੜੇ ਇਤਿਹਾਸ ਦਾ ਪੱਖ ਹੈ, ਕਿਹੜਾ ਕਿੱਥੇ ਫਿੱਟ ਹੁੰਦਾ ਹੈ। ਇਹ ਉਸ ਰਾਜ ਦੀ ਗੱਲ ਹੈ, ਉਸ ਰਾਜ ਨੂੰ ਠੋਕਰਾਂ ਮਾਰੀਆਂ ਨੇ, ਠੋਕਰਾਂ ਨਵਾਬੀਆਂ ਨੂੰ। ਲਾਵੇ ਤੇਰਾ ਖਾਲਸਾ, ਜਦੋਂ ਜਿੱਥੇ ਚਰਨ ਕਮਲਾਂ ਦੀ ਪ੍ਰੀਤ ਟੁੱਟਦੀ ਨਜ਼ਰ ਆਈ ਹੈ, ਸਿੱਖ ਨੇ ਉਹ ਰਾਜ ਸੰਘਰਸ਼ ਨੂੰ ਠੋਕਰ ਮਾਰ ਦਿੱਤੀ। ਉੱਥੇ ਆਖਿਆ ਇਹ ਰਾਜ ਨਾ ਚਾਹੂੰ, ਮੈਨੂੰ ਮੁਕਤੀ ਵੀ ਨਹੀਂ ਚਾਹੀਦੀ, ਕਿਉਂਕਿ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲੈ, ਤੇ ਕੰਮ ਜਿਉਂਦੇ ਜੀ ਸਿੱਧਾ ਹੋਣ ਵਾਲਾ ਹੈ। ਤੇ ਆਓ ਜਿਨ੍ਹਾਂ ਨੇ ਰਾਜ ਭਾਗ ਸਥਾਪਿਤ ਕੀਤੇ ਨੇ ਉਹਨਾਂ ਦੀ ਬਾਤ ਕਰ ਰਹੇ ਹਾਂ, ਜਿਹੜੇ ਰਾਜ ਨੂੰ ਨਹੀਂ ਸਮਝ ਸਕੇ, ਖਾਲਸਾ ਰਾਜ ਦੀ ਸਥਾਪਤੀ ਵਾਸਤੇ, ਬੇਗਮਪੁਰੇ ਦੀ ਸਥਾਪਤੀ ਵਾਸਤੇ, ਜਿਨ੍ਹਾਂ ਨੇ ਨਾਦਰ ਦਾ ਰਸਤਾ ਰੋਕਿਆ। ਨਾਦਰ ਨੂੰ ਪੜ੍ਹਨੇ ਪਾਇਆ, ਨਾਦਰ ਜਾਂਦਾ ਜਾਂਦਾ ਦੇਸ਼ ਦਾ ਨੁਕਸਾਨ ਤਾਂ ਕਰਕੇ ਗਿਆ ਹੈ, ਪਰ ਸਿੱਖਾਂ ਤੋਂ ਐਸੀ ਮਾਰ ਖਾ ਕੇ ਗਿਆ, ਉਹਨੇ ਆਖਿਆ ਜ਼ਕਰੀਆ ਖਾਨ ਇਹ ਕੌਮ ਇਸ ਮੁਲਕ ਦੇ ਬਾਦਸ਼ਾਹ ਹੋਵੇਗੀ, ਇਹ ਜਿਹੜੇ ਘੋੜਸਵਾਰ ਨੇ ਇਸ ਮੁਲਕ ਦੇ ਬਾਦਸ਼ਾਹ ਹੋਣਗੇ। ਜ਼ਕਰੀਆ ਖਾਨ ਨੂੰ ਇਹ ਗੱਲ ਕਹਿ ਕੇ ਨਾਦਰ ਤੁਰ ਗਿਆ। ਜ਼ਕਰੀਆ ਖਾਨ ਨੇ ਸਿੱਖਾਂ ਦੇ ਉੱਪਰ ਸਖਤੀ ਕਰ ਦਿੱਤੀ, ਪਿੰਡੋ ਪਿੰਡੀ ਗਸ਼ਤੀ ਫੌਜਾਂ ਚੜਾ ਦਿੱਤੀਆਂ, ਸਿੱਖ ਖਤਮ ਹੋ ਗਏ ਨੇ। ਅਖੀਰ ਇੱਕ ਚਿੱਠੀ ਆਈ, ਉਸ ਚਿੱਠੀ ਨੇ ਜ਼ਕਰੀਆ ਖਾਨ ਨੂੰ ਹੈਰਾਨ ਕਰ ਦਿੱਤਾ। ਜ਼ਕਰੀਆ ਖਾਨ ਦਾ 100 ਸਵਾਰ ਲੈ ਕੇ ਜਲਾਲਦੀਨ ਫੌਜਦਾਰ ਚੜਿਆ ਨੂਰਦੀਨ ਸਰਾਂ ਤੇ। ਦੋ ਬਹਾਦਰ ਯੋਧੇ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨਾਲ ਮੁਕਾਬਲਾ ਹੋਇਆ। ਮੁਕਾਬਲਾ ਕਰਕੇ ਉਹਨਾਂ ਨੂੰ ਸ਼ਹੀਦ ਕਰਕੇ ਆਪਦੇ 30-40 ਬੰਦੇ ਮਰਵਾ ਕੇ ਜਲਾਲਦੀਨ ਵਾਪਸ ਆਇਆ ਹੈ। ਜ਼ਕਰੀਆ ਖਾਨ ਨੇ ਆਖਿਆ ਹੈ, ਜੇਕਰ ਇਸ ਤਰੀਕੇ ਨਾਲ ਕੱਲਾ ਕੱਲਾ ਸਿੱਖ ਵੀ ਕਿਤੇ ਨਾ ਕਿਤੇ ਲੱਭਦਾ ਰਿਹਾ, ਇਹਦਾ ਮਤਲਬ ਸਿੱਖ ਖਤਮ ਨਹੀਂ ਹੋਏ, ਇਹਦਾ ਮਤਲਬ ਸਿੱਖ ਅਜੇ ਪੰਜਾਬ 'ਚ ਵੱਸਦੇ ਨੇ। ਮੈਂ ਪੰਜਾਬ 'ਚੋਂ ਸਿੱਖ ਖਤਮ ਕਰਨੇ ਚਾਹੁੰਦਾ ਹਾਂ, ਜਾਂ ਪੂਰੀ ਦੁਨੀਆ ਤੋਂ ਖਤਮ ਕਰ ਦਿਆਂਗਾ। ਇਹ ਨਾ ਤਾਂ ਇੱਧਰ ਆ ਸਕਣਗੇ, ਨਾ ਇਹਨਾਂ ਨੂੰ ਮੈਂ ਸਿਰ ਚੁੱਕਣ ਦਿਆਂਗਾ। ਤੇ ਹੁਣ ਕੀ ਕਰਨਾ, ਜਿਵੇਂ ਇਹ ਦੋ ਨਿਕਲ ਆਏ ਨੇ, ਇਸ ਤਰੀਕੇ ਨਾਲ ਹੋਰ ਵੀ ਸਿੰਘ ਬੜੇ ਬੈਠੇ ਹੋਣਗੇ। ਫਿਰ ਜ਼ਕਰੀਆ ਖਾਨ ਨੇ ਇੱਕ ਐਲਾਨ ਕੀਤਾ ਹੈ, ਦੱਸਣ ਵਾਲੇ 10 ਮਾਰਨ ਵਾਲੇ 50, ਜਹ ਲਾਲਚ ਤੁਰਕਨ ਦਈਓ ਸਿੰਘਣ ਭਇਓ ਨਾਸ। ਸਿੰਘਾਂ ਦਾ ਨਾਸ ਕਰਨ ਵਾਸਤੇ ਉਸਨੇ ਇਨਾਮ ਰੱਖ ਦਿੱਤੇ। ਜਿਹੜਾ ਖਬਰ ਦੇਵੇਗਾ, ਦੱਸੇਗਾ ਸਾਨੂੰ ਆਣ ਕੇ 10 ਰੁਪਏ ਲੈ ਕੇ ਜਾਵੇ, ਮਾਰਨ ਵਾਲਾ 50। ਇਹ ਬਹੁਤ ਵੱਡੀ ਰਕਮ ਹੈ। ਜੇਕਰ 10 ਰੁਪਏ ਜਾਂ 50 ਰੁਪਏ ਨਾ ਰਕਮ ਸਮਝ ਆਵੇ ਤੇ ਥੋੜੀ ਜੀ ਗੱਲ ਪਿਛਾਂ ਲੈ ਜਾਈਏ। ਇਹ ਗੱਲ ਕਰਨ ਲੱਗਾ 1740 ਦੀ। 1740 ਤੇ 39 ਤੱਕ ਦਾ ਜਿਹੜਾ ਸਾਲ ਇਹ ਤੁਹਾਡੇ ਨਾਲ ਸਾਂਝਾ ਹੋ ਰਿਹਾ ਹੈ। ਤੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਕੋਲ 500 ਪਠਾਨ ਪੀਰ ਬੁੱਧੂ ਸ਼ਾਹ ਦੀ ਸਿਫਾਰਿਸ਼ ਤੇ ਰੱਖੇ ਗਏ ਸਨ। ਉਹਨਾਂ 500 ਪਠਾਨਾਂ ਦੀ ਤਨਖਾਹ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚੋਂ 1 ਰੁਪਈਆ ਪ੍ਰਤੀ ਵਿਅਕਤੀ ਤਨਖਾਹ ਸੀ, ਮਹੀਨੇ ਦੀ 1 ਰੁਪਈਆ। ਤੇ ਜਿਹੜਾ ਜਰਨੈਲ ਸੀ ਉਹਨੂੰ 5 ਰੁਪਈਆ ਮਹੀਨੇ ਦੀ ਤਨਖਾਹ। ਹੁਣ ਜਿਹੜਾ ਸਿਪਾਹੀ ਹੈ ਉਹਨੂੰ 1 ਰੁਪਈਆ ਮਹੀਨੇ ਦੀ ਤਨਖਾਹ ਮਿਲਦੀ ਹੈ, ਤੇ 1 ਮਹੀਨੇ ਚ ਉਹਨੇ ਪਰਿਵਾਰ ਦਾ ਗੁਜ਼ਾਰਾ ਕਰਨਾ। ਰੁਪਈਏ ਨਾਲ ਇਹਦਾ ਮਤਲਬ ਰੁਪਈਆ ਭਾਰਾ ਬਹੁਤ ਸੀ। ਤੇ ਜਿਨ੍ਹਾਂ ਨੂੰ 1 ਮਹੀਨੇ ਬਾਅਦ ਰੁਪਈਆ ਨਸੀਬ ਹੋਣਾ ਹੈ, ਉਹਨਾਂ ਨੂੰ ਕੇਵਲ ਸਿੱਖ ਦੀ ਖਬਰ ਦੱਸ ਕੇ 10 ਮਹੀਨਿਆਂ ਦੀ ਤਨਖਾਹ 10 ਰੁਪਈਏ ਮਿਲ ਗਏ। ਇੱਕ ਸਿੱਖ ਨੂੰ ਕਤਲ ਕਰਕੇ ਫੜਾਉਣਾ ਰੁਪਈਏ 50 ਮਿਲ ਗਏ। ਤੇ ਕਿੰਨੀ ਵੱਡੀ ਕਤਲੋਗਾਰਦ ਮਚ ਗਈ ਹੋਵੇਗੀ, ਇਲਾਕਾ ਸਾਫ਼ ਹੋ ਗਿਆ ਹੋਵੇਗਾ। ਪਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਜ਼ਕਰੀਆ ਖਾਨ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ। ਜ਼ਕਰੀਆ ਖਾਨ ਨੇ ਇਲਾਕੇ ਦੇ ਚੌਧਰੀ ਸੱਦ ਲਏ। ਉਹਨਾਂ ਚੌਧਰੀਆਂ ਨੂੰ ਸੱਦ ਕੇ ਜ਼ਕਰੀਆ ਖਾਨ ਮੱਥੇ ਪਾ ਕੇ ਤਿਉੜੀ, ਅੱਖਾਂ ਕਰਕੇ ਲਾਲ, ਸਿੱਖਾਂ ਦੇ ਖਿਲਾਫ ਉਹਨਾਂ ਚੌਧਰੀਆਂ ਨੂੰ ਜਿਵੇਂ ਧਮਕਾਉਂਦਾ ਹੈ। ਉਸ ਵਕਤ ਦਾ ਨਕਸ਼ਾ ਢਾਡੀ ਜੱਥਾ ਸਾਕੇ ਰਾਹੀਂ ਆਇਓ ਬੇਨਤੀ ਕਰੋ।
ਖੁਰਾ ਖੋਜ ਫਿਰ ਉਸ ਦਾ ਸਭ ਜਾਊ ਮਿਟਾਇਆ ਖੁਰਾ ਖੋਜ ਫਿਰ ਉਸ ਦਾ ਸਭ ਜਾਊ ਮਿਟਾਇਆ लिहाज में जो काबू आया चौधरी आए हुक्म पा वो जुल्म कमाया चौधरी आए हुक्म पा वो जुल्म कमाया ਕਮਾਇਆ ਸਿੱਖਾਂ ਨੂੰ ਮਰ ਹੋਣ ਦਾ ਜਦ ਬੀੜਾ ਚਾਇਆ ਸਿੱਖਾਂ ਨੂੰ ਮਰ ਹੋਣ ਦਾ ਜਦ ਬੀੜਾ ਚਾਇਆ ਜ਼ਕਰੀਆ ਖਾਨ ਬੜਾ ਜ਼ਾਲਮ ਕਿਸਮ ਦਾ ਇਨਸਾਨ ਹੈ। 1713 ਦੇ ਵਿੱਚ ਆਪਣੇ ਬਾਪ ਨੂੰ ਦਿੱਲੀ ਨੇ ਹੁਕਮ ਦਿੱਤਾ, ਉਹ ਤਬਦੀਲ ਕਰ ਦਿੱਤਾ ਅਬਦੁਲ ਸਮਦ ਖਾਨ ਦਲੇਰੇ ਜੰਗ। ਇਸ ਦੇ ਬਾਪ ਦਾ ਨਾਮ ਹੈ ਜ਼ਕਰੀਆ ਖਾਨ। ਉਹਨੂੰ ਮੁਲਤਾਨ ਭੇਜ ਦਿੱਤਾ, ਇਹਨੂੰ ਇੱਥੋਂ ਦਾ ਸੂਬੇਦਾਰ ਨਿਯਤ ਕੀਤਾ। 1713 ਤੋਂ ਹੀ ਇਹ ਸਿੱਖਾਂ ਦਾ ਡਾਢਾ ਵੈਰੀ ਬਣਿਆ ਰਿਹਾ। ਮੁਆਫ ਕਰਨਾ ਸੰਗਤ ਜੀ, 1713 ਤੋਂ 1726 ਤੱਕ ਅਬਦੁਲ ਸਮਦ ਖਾਨ ਦਲੇਰੇ ਜੰਗੇ ਦਾ ਬਾਪ ਰਿਹਾ ਤੇ 26 ਤੋਂ ਲੈ ਕੇ 45 ਤੱਕ ਇਹ ਜ਼ਕਰੀਆ ਖਾਨ ਸੂਬੇਦਾਰ ਰਿਹਾ। ਇਹਦੇ ਇਵਜ ਵਿੱਚ ਇਹਦੇ ਰਾਜ ਦੇ ਦੌਰਾਨ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ, ਹਕੀਕਤ ਰਾਏ ਦੀ ਸ਼ਹੀਦੀ ਹੈ। ਤੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਣ ਦੀ ਇਹਨੂੰ ਜ਼ਿੰਮੇਵਾਰੀ ਮਿਲੀ ਸੀ, ਇਹਨੇ ਰਸਤੇ ਵਿੱਚ ਬਹੁਤ ਵੱਡਾ ਕਤਲੇਆਮ ਮਚਾਇਆ। 700 ਗੱਡਾ ਕੇਵਲ ਸਿਰਾਂ ਦਾ ਭਰ ਕੇ ਇਹ ਦਿੱਲੀ ਨੂੰ ਲੈ ਕੇ ਗਿਆ। ਹੁਣ ਇਸ ਨੂੰ ਮੌਕਾ ਮਿਲਿਆ ਹੈ, ਮੈਂ ਸਿੱਖ ਖਤਮ ਕਰ ਦੇਣੇ। ਕੁਝ ਨਾਦਰ ਵੱਲੋਂ ਵੀ ਗੁੱਸਾ ਜੋ ਸਿੱਖਾਂ ਤੇ ਕੱਢਿਆ। ਨਾਦਰ ਬਹੁਤ ਭਾਰੀ ਲੁੱਟ ਮਚਾ ਕੇ ਗਿਆ ਸੀ। ਇਸ ਨੇ ਹੁਣ ਇਹ ਰਾਹ ਤੱਕਿਆ ਹੈ, ਇਲਾਕੇ ਦੇ ਚੌਧਰੀ ਸਭ ਮਗਾਲੇ ਡਾਂਗ ਫੜੀ ਰੱਜ ਕੇ ਧਮਕਾਏ ਕਿ ਜਿਹਦੇ ਇਲਾਕੇ ਦੇ ਵਿੱਚ ਸਿੱਖ ਨਜ਼ਰੀ ਆ ਗਿਆ, ਮੈਨੂੰ ਦੱਸ ਪਾਈ ਕਿਸੇ ਨੇ ਤੁਹਾਡੇ ਚੋਂ ਕਿਸੇ ਚੌਧਰੀ ਦੇ ਇਲਾਕੇ ਵਿੱਚ ਸਿੰਘ ਵੇਖਿਆ ਗਿਆ ਤੇ ਤੁਹਾਡਾ ਹੀ ਧਾਨ ਬੱਚਾ ਪੀੜ ਕੇ ਰੱਖ ਦਿਆਂਗਾ। ਹੁਣ ਬਾਲ ਬੱਚਾ ਕਿਹਨੇ ਮਰਵਾਉਣਾ? ਇਹਨਾਂ ਚੌਧਰੀਆਂ ਦੇ ਵਿੱਚ ਸਿਰ ਕੱਢ ਚੌਧਰੀ ਉਹ ਸਨ
ਇੱਕ ਨੰਬਰ ਤੇ ਮਸਾ ਰੰਗੜ ਮੰਡਿਆਲੇ ਵਾਲਾ, ਜਿਹਦਾ ਨਾਮ ਉਸ ਵਕਤ ਚੌਧਰੀ ਮਸਲਊਦੀਨ, ਇਹਦੇ ਨਾਮ ਤੇ ਆ ਜਿਸ ਇਲਾਕੇ ਦੇ ਵਿੱਚ ਆ ਹਰਿਆਣੇ ਦੇ ਜਿੱਥੇ ਲੋਹਗੜ੍ਹ ਕਿਲਾ ਬਾਬਾ ਬੰਦਾ ਸਿੰਘ ਬਹਾਦਰ ਦਾ, ਉਸ ਇਲਾਕੇ ਦੇ ਵਿੱਚ ਇਹਦੇ ਨਾਮ ਤੇ ਪਿੰਡ ਹੈ ਮਸਰੌਲੀ। ਹੋਰ ਵੀ ਜਿੰਨੀ ਕੋ ਜਾਣਕਾਰੀ ਮੱਸਾ ਰੰਗੜ ਦੀ ਪਰਸਨਲ ਜ਼ਿੰਦਗੀ ਦੀ ਸਾਂਝੀ ਕਰ ਸਕਿਆ ਤੇ ਜ਼ਰੂਰ ਕਰਾਂਗਾ, ਪਰ ਇਸ ਮਜ਼ਮੂਨ ਨੂੰ ਥੋੜਾ ਆਗੇਰੇ ਤੋਰ ਲਈਏ। ਮੱਸਾ ਰੰਗੜ ਮੰਡਿਆਲੇ ਵਾਲਾ, ਮੰਡਿਆਲਾ ਅੰਮ੍ਰਿਤਸਰ ਤੋਂ ਕੇਵਲ 4 ਮੀਲ ਦੀ ਦੂਰੀ ਤੇ, ਬਹੁਤੀ ਦੂਰ ਨਹੀਂ, ਅੰਮ੍ਰਿਤਸਰ ਦੀ ਚੌਧਰ ਵਿੱਚ ਆਉਂਦਾ। ਦੂਜਾ ਹੈ ਕਰਮਾ ਸ਼ੀਨਾ, ਤੀਸਰਾ ਰਾਮਾ ਰੰਧਾਵਾ, ਹਰ ਭਗਤ ਨਰੰਜਨੀ ਜੰਡਿਆਲੇ ਵਾਲਾ ਤੇ ਸਾਹਿਬ ਰਾਏ ਚੌਧਰੀ ਨਸ਼ਹਿਰੇ ਵਾਲਾ, ਸਾਰੇ ਚੌਧਰੀ ਇਕੱਠੇ ਕਰ ਲਏ। ਜ਼ਕਰੀਆ ਖਾਨ ਨੇ ਡਾਂਗ ਫੜੀ ਤੇ ਚੰਗੇ ਧਮਕਾਏ ਵੀ ਜਿਹਦੇ ਇਲਾਕੇ 'ਚ ਸਿੱਖ ਨਜ਼ਰੀ ਆ ਗਿਆ ਤੇ ਘਾਣ ਬੱਚਾ ਪੀੜ ਕੇ ਰੱਖ ਦਿਆਂਗਾ, ਕੋਈ ਸਿੱਖ ਨਜ਼ਰੀ ਨਹੀਂ ਆਉਣਾ ਚਾਹੀਦਾ। ਫਿਰ ਇਹਨਾਂ ਨੇ ਸਰਕਾਰ ਦਾ ਹੁਕਮ ਪਾ ਲਿਆ। ਸਰਕਾਰ ਵੱਲੋਂ ਜਦੋਂ ਇੰਨੀ ਖੁੱਲ ਮਿਲਦੀ ਹੈ ਨਾ, ਵੀ ਜਦੋਂ ਸਰਕਾਰ ਨੇ ਖੁੱਲ ਦੇਤੀ, ਹੁਣ ਜਿੰਨੇ ਮਰਜ਼ੀ ਬੰਦੇ ਮਾਰੋ, ਜਿੰਨੀ ਮਰਜ਼ੀ ਲੁੱਟ ਮਚਾਓ, ਕਿਸੇ ਨੇ ਪੁੱਛਣਾ ਹੀ ਨਹੀਂ, ਸਗੋਂ ਉਲਟਾ ਇਨਾਮ ਮਿਲਨੇ ਆ। ਇੱਕ ਸਰਕਾਰ ਦੀ ਖੁੱਲ, ਦੂਜਾ ਇਨਾਮ ਦਾ ਲਾਲਚ ਵੱਧ, ਤੀਜਾ ਡਰ ਰਹਿ ਗਿਆ ਵੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ। ਇਸ ਹਾਲਾਤ ਵਿੱਚ ਬੰਦਾ ਜਿਹੜਾ ਤਾਕਤਵਰ ਹੈ, ਜਿਹਦੀ ਸਰਕਾਰੇ ਦਰਬਾਰੇ ਚੱਲਦੀ ਹੈ, ਉਹ ਕਿੱਥੋਂ ਤੱਕ ਗਿਰ ਸਕਦਾ ਹੈ, ਕਿੱਥੋਂ ਤੱਕ ਜ਼ੁਲਮ ਕਮਾ ਸਕਦਾ ਹੈ, ਔਰ ਕਿੱਥੋਂ ਤੱਕ ਉਹ ਆਪਣੀ ਭੁੱਖ ਨੂੰ ਵਧਾਵਾ ਦਿੰਦਾ ਵਧਾ ਸਕਦਾ ਹੈ। ਉਹਦਾ ਜਿਹੜਾ ਨਕਸ਼ਾ ਹੈ ਉਹ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ ਨੇ ਇੱਕ ਸਾਕੇ ਵਿੱਚ ਖਿੱਚਿਆ ਹੈ। ਉਸ ਹੋਈ ਕਤਲੋ ਗਾਰਦ ਦਾ ਜਿਹੜਾ ਨਕਸ਼ਾ ਹੈ, ਉਹ ਢਾਡੀ ਜਥਾ ਇਹਨਾਂ ਸ਼ਬਦਾਂ ਵਿੱਚ ਕੁਝ ਹੈ।
ਛੱਡ ਕੇ ਦੇਸ਼ ਨੂੰ ਪਰਦੇਸ਼ ਸਧਾਏ, ਬਹੁਤਿਆਂ ਬੀਕਾਨੇਰ ਵਿੱਚ ਜਾ ਡੇਰੇ ਲਾਏ। ਭਾਣਾ ਮਨ ਅਕਾਲ ਦਾ ਰਹਿ ਸਮਾਂ ਬਤਾਏ, ਬਿਪਤਾ ਸਹਿੰਦੇ ਸੀਤਲਾ ਮਰਦਾਂ ਦੇ ਜਾਏ। ਦੁਨੀਆ ਦੀਆਂ ਬੜੀਆਂ ਕੌਮਾਂ ਨਜ਼ਰ ਆਈਆਂ ਨੇ, ਆਪੋ ਆਪਣਾ ਇਤਿਹਾਸ ਦਰਜ ਕੀਤਾ ਹੈ, ਪਰ ਉਹਨਾਂ ਨੇ ਨਾ ਹੀ ਤੇ ਐਡਾ ਵੱਡਾ ਇਤਿਹਾਸ ਰਚਿਆ ਤੇ ਨਾ ਹੀ ਇਹ ਤਰੀਕਾ ਉਹਨਾਂ ਦੇ ਮੰਨਣ ਵਾਲੇ ਨੇ ਅਪਣਾਇਆ ਜਿਹੜਾ ਸਾਡੇ ਕੋਲ ਹੈ। ਇੱਕ ਇਸ ਐਡੇ ਵੱਡੇ ਇਤਿਹਾਸ ਦਾ ਨਾ ਤਾਂ ਕੋਈ ਬਰਾਬਰੀ ਦਾ ਤੋੜ ਅੱਜ ਤੱਕ ਸਾਹਮਣੇ ਆਇਆ ਨਾ ਹੋਇਆ। ਹਿਸਟਰੀ ਨੇ ਕਦੇ ਕਿਸੇ ਨੂੰ ਮਰਦ ਕਰਕੇ ਅਨਾਉਂਸ ਨਹੀਂ ਕੀਤਾ। ਬਿਪਤਾ ਸਹਿੰਦੇ ਸੀਤਲਾ ਮਰਦਾਂ ਦੇ ਜਾਏ। ਮਰਦਾਂ ਦੇ ਜਾਏ ਤੋਂ ਭਾਵ ਮਰਦਾਂ ਦੇ ਬੱਚੇ। ਮਰਦ ਕੌਣ ਹੈ? ਹਰ ਬੰਦਾ ਸਾ ਤੁਹਾਨੂੰ ਨਜ਼ਰ ਆਉਂਦਾ, ਉਸ ਨੂੰ ਮਰਦ ਕਹਿ ਕੇ ਅਨਾਉਂਸ ਨਹੀਂ ਕੀਤਾ ਜਾਂਦਾ, ਨਰ ਨਹੀਂ ਅਨਾਉਂਸ ਕੀਤਾ ਜਾਂਦਾ। ਮਰਦ ਉਸ ਨੂੰ ਆਖਿਆ ਜਾਂਦਾ ਜਿਹੜਾ ਮਰਦਾਂ ਵਾਲਾ ਕੰਮ ਕਰੇ, ਉਹਨੂੰ ਮਰਦ ਆਖਿਆ ਜਾਂਦਾ ਹੈ। ਤੇ ਜਿਹੜਾ ਗੈਰਤਮੰਦ ਨਾ ਹੋਵੇ, ਅਣਖ ਤੋਂ ਡਿੱਗਾ ਹੋਵੇ, ਅਣਖ ਤੇ ਗੈਰਤ ਕੀ ਹੁੰਦੀ ਉਸ ਨੂੰ ਪਤਾ ਨਾ ਹੋਵੇ ਕਿ ਉਸ ਨੂੰ ਮਰਦ ਕਹਾਂਗੇ, ਹਰਗਜ਼ ਨਹੀਂ। ਮੈਂ ਤੁਹਾਨੂੰ ਦੋ ਪ੍ਰਮਾਣ, ਅੰਮ੍ਰਿਤ ਕੀਰਤਨ ਪੋਥੀ ਹੈ ਜਿਸ ਤੋਂ ਰਾਗੀ ਸਿੰਘ ਕੀਰਤਨ ਕਰਿਆ ਕਰਦੇ ਨੇ, ਉਸ ਵਿੱਚ ਦੋ ਪੰਕਤੀਆਂ ਦਰਜ ਹੈ। ਲਿਖਾਰੀ ਹੈ ਭਾਈ ਗੁਰਦਾਸ ਸਿੰਘ। ਉਹ ਲਿਖਦੇ ਨੇ, ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ। ਮਰਦਾਂ ਦੀ ਬਹੁਤ ਲੰਬੀ ਦੁਨੀਆ ਨਹੀਂ ਹੋਇਆ ਕਰਦੀ। ਮਰਦ ਕੌਮ ਸਿਰਜ ਜਾਂਦੇ ਨੇ, ਮਰਦ ਐਸੇ ਕੰਮ ਕਰਦੇ ਨੇ, ਐਸੇ ਕਾਰਨਾਮੇ ਕਰਦੇ ਨੇ, ਦੁਨੀਆ ਉਹਨਾਂ ਮਰਦਾਂ ਨੂੰ ਸਲਾਮ ਕਰਦੀ ਹੈ, ਝੁਕਦੀ ਉਹਨਾਂ ਅੱਗੇ, ਸਜਦਾ ਕਰਦੀ ਉਹਨਾਂ ਮਰਦਾਂ ਅੱਗੇ। ਉਹ ਮਰਦ ਕੌਣ ਹੈ? ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ। ਉਹ ਕੱਲਾ ਹੀ ਆ, ਉਹਦੇ ਵਰਗਾ ਹੋਰ ਕੋਈ ਨਹੀਂ। ਤੇ ਜਿਹੜੀ ਉਸਨੇ ਕੌਮ ਸਾਜੀ, ਤੇ ਜਦੋਂ ਉਹਨੇ ਆਪਣੇ ਮਰਦਾਊਪੁਣੇ ਦਾ ਸਬੂਤ ਦਿੱਤਾ ਹੈ, ਉਹਦੇ ਮਰਦਾਊਪੁਣੇ ਦਾ ਸਬੂਤ ਹੈ, ਵह उपजो चेला मर्द का मर्दान सदाए, जिन सब पृथ्वी को जीत कर निशान चुलाए। ये प्रमाण मैं राजस्थान दे विच एक जयपुर शहर है, जयपुर शहर का एक इलाका है, उन्होंने कहते हैं राजा पार्क। राजा पार्क के वड्डे गुरुद्वारा साहब, ये मैं प्रमाण साझा किया है। एक बजुर्ग ने आन के सवाल किया है, विज्ञानी जी तुसी कह दिता सब पृथ्वी को जीत कर, सारी पृथ्वी जिती नहीं जाती। तुहाडे मुताबिक नहीं जिती जाती होवेगी, तुहाडे मुताबिक ये गल सच है, असीं भी मानते हैं। साहिब श्री गुरु गोबिंद सिंह कलगीधर पातशाह साहब ना तो किसी रियासत के राजे बने, ना किसी मुल्क के बादशाह बने, पर असीं छाती ठोक के कहने हक हक आदेश गुरु गोबिंद सिंह बादशाह दरवेश, गुरु गोबिंद सिंह हक हक आगाह, गुरु गोबिंद सिंह शाहे शहनशाह, गुरु गोबिंद सिंह। साडी भावना वेख, अज समुची दुनिया दे विच तुहानू खालसाई निशान झूलदा नजर आ जाएगा। समुची दुनिया बिपता मारी जदों हथ फैलाउंदी है, उदों गुरु का खालसा मदद वास्ते अज भी पहुंचदा है। दिलां ते राज करना, दिलां नू जित लेना, पृथ्वी नू जितना। मैं अक्सर ही बेनती की, हुणे भी आप जी नू याद होवेगा आरंभता च, जे गुरबाणी दी पंक्ति साडे पल्ले नहीं ते इतिहास नाल इंसाफ नहीं हो सकदा। ते गुरबाणी दी एक पंक्ति ने फैसला किया, मन जीता जग जीत, गल निबेड़ के रख दी। इसे नू आख्या है जिन सब पृथ्वी को जीत कर निशान चुलाए। मर्द का चेला, वो मर्द के चेले बने, मर्दां दी कौम साजी। मर्दां ने मर्दां वांग कीती, मर्दां ने अपना दाड़ा बचाया है, मर्दां ने अपना गात्रा बचाया है, मर्दां ने अपना धर्म बचाया है। उधरों कर्मा शीना रामा रंधावा साहिब राय नशहरे वाला, ते चौधरी हरभगत नरंजनी जंडियाले वाला, मसा रंगड़ मंडियालिया, इन्हां ने अत चुक लई। थां थां ते छापे मारी चल पई ते ਸਿੰਘਾਂ ਨੂੰ ਅਖੀਰ ਮਾਝਾ ਛੱਡਣਾ ਪਿਆ। ਮਾਝਾ ਛੱਡ ਕੇ ਅਗਾਹ ਵਧੇ ਨੇ, ਜਲੰਧਰ ਵੱਲ ਅਦੀਨਾ ਬੇਗ ਨੇ ਖਦੇੜ ਕੇ ਰੱਖ ਦਿੱਤੇ। ਉਧਰੋਂ ਸਿੰਘਾਂ ਕੋਲ ਕੋਈ ਪੇਸ਼ ਨਾ ਗਈ। ਹੁਣ ਜਾਣਾ ਕਿੱਥੇ ਹੈ? ਆਹ ਬੀਕਾਨੇਰ ਦੇ ਜੰਗਲ,
ਬੀਕਾਨੇਰ ਦੇ ਝਲਾਂ ਜਿੱਥੇ ਅੱਤ ਦੀ ਧੁੱਪ, ਅੱਤ ਦੀ ਗਰਮੀ, ਪਾਣੀ ਦੀ ਕੋਈ ਸਹੂਲਤ ਨਹੀਂ। ਕਵੀ ਲਿਖਦਾ ਕਹਿੰਦਾ ਧਰਤੀ ਬੀਕਾਨੇਰ ਦੀ, ਮਾਤ ਡੈਣ ਦੀ ਮਾਂ, ਜਿੱਥੇ ਪੈਂਦੀ ਧੁੱਪ ਬੇਓਰ ਕੀ, ਤੇ ਅੰਨਾ ਹੁੰਦਾ ਕਾਂ ਉਹ ਜਿੱਥੇ ਫਣੀਰ ਨਿਤ ਫੁੰਕਾਰ ਦੇ, ਲੱਭੇ ਨਾ ਠੰਡੀ ਛਾਂ। ਪਰ ਸਿੰਘ ਗੁਰੂ ਦਸ਼ਮੇਸ਼ ਦੇ ਰੱਖ ਗੁਰੂ ਤੇ ਲਾਂ, ਉਸੇ ਥਾਂ ਹੀ ਵਸ ਗਏ ਸਭ ਛੱਡ ਕੇ ਸ਼ਹਿਰ ਗਰਾਂ। ਉਹ ਆਪਣੇ ਸ਼ਹਿਰ ਗਰਾਂ ਇਲਾਕੇ ਛੱਡ ਕੇ ਉਸ ਜਗ੍ਹਾ ਤੇ ਵਸੇ ਨੇ ਜਾ ਕੇ ਜਿੱਥੇ ਫਣੀਰ ਨਿਤ ਫੁੰਕਾਰਦੇ ਨੇ। ਛਾਂ ਦੀ ਕੋਈ ਨਜ਼ਰ ਨਹੀਂ ਆ ਰਹੀ, ਕਿਤੇ ਕੋਈ ਪਾਣੀ ਦੀ ਸਹੂਲਤ ਨਹੀਂ। ਆਪ ਜਾਣਦੇ ਹੋ ਅੱਜ ਤੋਂ 1740 ਦੇ ਸਮੇਂ ਉਸ ਬੀਕਾਨੇਰ ਦੇ ਇਲਾਕੇ ਦੇ ਵਿੱਚ, ਉਦੋਂ ਉਹਨਾਂ ਵੇਲਿਆਂ 'ਚ ਤੇ ਕਾਲ ਵੀ ਬੜੇ ਪਿਆ ਕਰਦੇ ਸਨ। ਨਾ ਕਦੇ ਜਿੱਥੇ ਕਾਲ ਪੈ ਗਿਆ ਕਈ ਸਾਲਾਂ ਤੱਕ ਅਨਾਜ ਦੀ ਉੱਥੋਂ ਕੋਈ ਉਮੀਦ ਨਹੀਂ ਸੀ ਕੀਤੀ ਜਾ ਸਕਦੀ। ਇੱਕ ਦੂਸਰੇ ਤੋਂ ਅਨਾਜ ਮੰਗੇ ਜਾਂਦੇ ਸਨ। ਉਹੋ ਜਿਹੇ ਇਲਾਕੇ ਦੇ ਵਿੱਚ ਰਹਿਣਾ, ਉਹਨਾਂ ਨੇ ਕਿੰਨੀ ਵਿਪਤਾ ਦੇ ਵਿੱਚ ਵੀ ਆਫਰੀਨ ਉਹਨਾਂ ਮਰਦਾਂ ਦੇ ਜਿਨ੍ਹਾਂ ਨੇ ਆਪਣਾ ਏਡਾ ਵਿਪਤਾ ਦਾ ਸਮਾਂ, ਵਿਪਤਾ ਸਹਿੰਦੇ ਸੀਤਲਾ ਮਰਦਾਂ ਦੇ ਜਾਏ। ਵਿਪਤਾ ਕੱਲੀ ਐਸੀ ਨਹੀਂ ਕਿ ਸਿਰ ਤੇ ਤਲਵਾਰ ਲਟਕਦੀ ਹੈ, ਵਿਪਤਾ ਨਾਲ ਖਾਣ ਦੀ ਵੀ ਹੈ, ਵਿਪਤਾ ਨਾਲ ਪਾਉਣ ਦੀ ਵੀ ਹੈ, ਵਿਪਤਾ ਨਾਲ ਪਹਿਨਣ ਹੰਡਾਉਣ ਦੇ ਨਾਲ ਰਹਿਣ ਦੀ ਵੀ ਹੈ। ਤੇ ਮੌਸਮ ਸਾਰਿਆਂ ਨੂੰ ਇੱਕੋ ਜਿਹਾ ਹੋਇਆ ਕਰਦਾ ਹੈ, ਸਰੀਰ ਸਾਰਿਆਂ ਦੇ ਇੱਕੋ ਜਿਹੇ ਹੀ ਹੋਇਆ ਕਰਦੇ ਨੇ। ਪਰ ਗੁਰੂ ਦਸ਼ਮੇਸ਼ ਦੇ ਉਹਨਾਂ ਦੁਲਾਰਿਆਂ ਦਾ ਤੁਹਾਨੂੰ ਵੀ ਕਦੇ ਮੌਕਾ ਮਿਲੇ, ਢਾਡੀ ਆਉਂਦੇ ਜਾਂਦੇ ਰਹਿਣਗੇ, ਪਰ 18ਵੀਂ ਸਦੀ ਦਾ ਇਤਿਹਾਸ ਆਪਣੇ ਦਿਲ ਤੇ ਉੱਕਰ ਜ਼ਰੂਰ ਲਿਓ ਜੇ। ਪਤਾ ਲੱਗੇ ਸਾਡੇ ਵਡੇਰਿਆਂ ਨੇ ਕਿੰਨੀਆਂ ਮਾਰਾਂ ਮਾਰੀਆਂ, ਕਿੰਨੀਆਂ ਮੱਲਾਂ ਮਾਰੀਆਂ, ਔਰ ਕਿੰਨੀਆਂ ਵਿਪਤਾਵਾਂ ਨੂੰ ਸਹਾਰਿਆ ਹੈ। ਤੇ ਫਿਰ ਵੀ ਆਪਣਾ ਧਰਮ ਉਹਨਾਂ ਨੇ ਆਬਾਦ ਰੱਖਿਆ, ਉਹਨਾਂ ਨੇ ਆਪਣਾ ਸਿਰ ਉੱਚਾ ਰੱਖਿਆ। ਮੁਬਾਰਕ ਦਾੜਾ, ਮੁਬਾਰਕ ਕੇਸ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਹੈ। ਉਹਨਾਂ ਮਰਦਾਂ ਨੂੰ ਸਿਜਦਾ ਕਰਦਾ ਹੋਇਆ ਅੱਜ ਦਾ ਮਜਬੂਨ ਇੱਥੇ ਸੰਕੋਚਦਾ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਅਗਲੀ ਗੱਲ ਕੱਲ ਦੇ ਦੀਵਾਨ ਵਿੱਚ ਨਿਰੰਤਰੇ ਚੱਲਦੀ ਰਹੇਗੀ। ਹੋਈਆਂ ਭੁੱਲਾਂ ਦੀ ਖਿਮਾ ਆਨੰਦ ਸਾਹਿਬ ਜੀ ਦਾ ਜਾਪ ਕਰੀ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ। ਮਨ ਵਜਿਆ ਵਾਧਾਇਆ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਇਆ, ਸਬਦੋ ਤਾ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ। ਸੁਖ ਮਨੋ ਵਸਾਰੇ, ਕਹੇ ਨਾਨਕ ਮਨ ਮੇਰੇ। ਸਦਾ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਬਾਜੇ ਸ਼ਬਦ ਕੰਡੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰ। ਸੱਚ ਨਾਮ ਆਧਾਰ ਮੇਰਾ ਜਿਨੂੰ। ਕਾ ਸਭ ਗਵਾਇਆ, ਹਰ ਸਾਧ ਸੁਖ ਮਨ ਆਏ ਵਸਿਆ ਜਿਨੂੰ। ਈਸ਼ਾ ਸਭ ਪੁਜਾਇਆ, ਸਾਡਾ ਕੁਰਬਾਨ ਕੀਤਾ ਗੁਰ ਵਿਟੋ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ। ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਹਰ ਸੁਭਾਗੇ ਸ਼ਬਦ ਵਾਗੇ, ਕਲਾ ਜਿਤ ਕਰਤਾਰਿਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਹਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ। ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ। ਜਿਤ ਕਰ ਅਨਹਦ ਵਾਜੇ, ਅਨੰਦ ਸੁਨੋ ਮਨ ਭਾਗੀ ਹੋ। ਸਗਲ ਮਨੋਰਥ ਪੂਰੇ,
ਕੰਮ ਅਧੂਰ ਕਰਮੀ ਆਪੋ ਆਪਣੀ ਜੇ ਨੇੜੇ ਕਾ ਦੂਰ ਜਿਨੀ ਨਾਮ ਧਿਆਇਆ ਗੈ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਛੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਛੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਕੋਇ ਨਾ ਜਾਣੈ ਤੁਮਰਾ ਅੰਤ ਉਚਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਨਾਉ ਨ ਜਾਣੈ ਮੇਰਾ। ਵਾਹਿਗੁਰੂ 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 ਜੀ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਈ ਵਾਰ। ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਈ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਈ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਈ। ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਾਰ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੀਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਾਰ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੀ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਾਰ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਾਰ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ। ਖਾਲਸਾ ਜੀ ਕੀ ਬੋਲ ਬਾਲੇ। ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੀ ਰਾਖੀ ਆਪ ਵਾਹਿਗੁਰੂ ਜੀ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੈ ਨਿਮਾਣਿਓ ਕੇ ਮਾਨ ਸਤਿਗੁਰੂ नेताणियों की तान न्योटियों की ओट न्यासरियों के आसरे सच्चे पिता वाहिगुरु जीओ अकाल पुरख अंतर जामी पातत पावन कृपा निधान सतगुरु धन धन श्री गुरु ग्रंथ साहिब महाराज हजूर आप जियां के पवित्र पावन चरना कमलों विखी अरदास बेनती आप जियां ने अपार
ਬਖਸ਼ਿਸ਼ ਕੀਤੀ ਹੈ। ਪਾਵਨ ਹਜੂਰ ਸੰਧਿਆ ਸਮੇਂ ਤੋਂ ਸੁੰਦਰ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਸੋ ਦਰ ਰਹਿਰਾ ਸਾਹਿਬ ਜੀ ਕੇ ਜਾਪ ਸ਼ਬਦ ਚੌਂਕੀ। ਸਤਿਗੁਰੂ ਜੀਓ ਲੜੀਵਾਰ ਗੁਰ ਸ਼ਬਦ ਲੜੀਵਾਰ ਇਤਿਹਾਸ ਕਥਾ ਢਾਡੀ ਵਾਰਾਂ 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹਜ਼ੂਰ ਵਿਚਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਆਪ ਜੀ। ਬਖਸ਼ਿੰਦ ਪਿਤਾ ਹੋ ਬਖਸ਼ ਲੈਣਾ ਜੀ ਅੱਗੇ ਤੋਂ। ਸੁਮਤ ਬਖਸ਼ਣੀ ਗੁਰਮਤ ਬਖਸ਼ਣੀ ਗੁਰਬਾਣੀ ਇਤਿਹਾਸ ਗੁਰਮਤ ਵਿਚਾਰਾਂ ਦੇ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣੇ। ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਧਰਤੀ ਪ੍ਰਵਾਨ ਕਰਨੀਆਂ। ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਉਣਾ। ਬੀਜਿਆ ਹਰਿਆ ਕਰਨਾ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਪਾਵਨ ਦਰਬਾਰ ਲੰਗਰ ਹਾਲ ਅੰਦਰ ਸਿੱਖ ਸੰਗਤਾਂ ਸੇਵਾ ਕਮਾ ਰਹੀਆਂ। ਸੇਵਕਾਂ ਦੀ ਸੇਵਾ ਥਾਈਂ ਪਾਉਣੀ। ਲਾਈਵ ਮੀਡੀਆ ਰਾਹੀਂ ਸੰਗਤਾਂ ਆਪ ਜੀਆਂ ਦੇ ਚਰਨਾਂ ਨਾਲ ਜੁੜ ਰਹੀਆਂ। ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦੇ ਪਰਿਵਾਰਾਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ। ਏਕਤਾ ਇਤਫਾਕ ਦਸਾਂ ਨੋਹਾਂ ਦੀਆਂ ਕਿਰਤ ਕਮਾਈਆਂ ਕਰਨ ਦੇ ਉਦਮ ਬਲ ਚਾਅ। ਕਿਰਤ ਕਮਾਈਆਂ ਵਿੱਚ ਬਰਕਤਾਂ ਕਾਰੋਬਾਰਾਂ ਵਿੱਚ ਵਾਧੇ। ਬੱਚਿਆਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ। ਉੱਚੀ ਵਿਦਿਆ ਮਾਪਿਆਂ ਦੇ ਆਗਿਆਕਾਰੀ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨੇ। ਦੁੱਖਾਂ ਕਲੇਸ਼ਾਂ ਦੇ ਨਾਸ ਸੁਖਾਂ ਦੇ ਪ੍ਰਵੇਸ਼ ਵਿਘਨਾਂ ਦੇ ਨਾਸ। ਸਰਬੱਤ ਦੇ ਕਾਰਜ ਰਾਸ ਕਰਨੇ। ਸਿੱਖ ਪੰਥ ਸਿੱਖ ਜਥੇਬੰਦੀਆਂ ਨੂੰ ਚੜ੍ਹਦੀ ਕਲਾ ਪ੍ਰਦਾਨ ਕਰਨੀ। ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ। ਸਮੁੱਚੇ ਸੰਸਾਰ ਜਗਤ ਨੂੰ ਦੇ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ। ਸਤਿਗੁਰੂ ਜੀ ਦਰ ਕਰਦੇ ਸੇਵਕ ਪਰਿਵਾਰ ਵੱਲੋਂ ਬੇਟੇ ਹਰਕੀਰਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਦੇਗ ਸੇਵਾ। ਸਰਦਾਰ ਮਨਮੋਹਨ ਸਿੰਘ ਦੇ ਜਨਮ ਦਿਨ ਦੇ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਦੇਗ ਸੇਵਾ। ਸਰਦਾਰ ਪਰਮਜੀਤ ਸਿੰਘ ਦਿਓਲ ਦੀ ਦੇ ਅਰੋਗਤਾ ਸੁਖ ਸ਼ਾਂਤੀ ਲਈ ਅਰਦਾਸ ਬੇਨਤੀ ਸਮੂਹ ਪਰਿਵਾਰਾਂ ਦੀਆਂ। ਸਮੁੱਚੀ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ। ਪਾਵਨ ਹਜੂਰ ਬਖਸ਼ਿਆਂ ਭੰਡਾਰਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕਰ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵਹ ਭੋਗ ਹਰ ਰਾਈ ਸੀਤ ਪ੍ਰਸ਼ਾਦ। ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੋ ਛਕੇ। ਸੋ ਸਤਨਾਮ ਸ੍ਰੀ ਵਾਹਿਗੁਰੂ ਜਪੇ ਭੰਡਾਰੇ। ਅਤੁੱਟ ਵਰਤਾਉਣੀ ਕਲਾ ਆਪ ਜੀ ਕੇ ਨਾਮ ਕੀ ਵਰਤੇ ਜੀ। ਕਰਹੁ ਕਿਰਪਾ ਬਖਸ਼ੋ ਮਿੱਠੀਆਂ ਅਸੀਸਾਂ ਅਲਾਹੀ ਹੁਕਮ। ਸਿੱਖ ਸੰਗਤਾਂ ਨੂੰ ਕਿਰਤਾਰਥ ਕਰੋ। ਉਪਰੰਤ ਪਾਵਨ ਸੁਖ ਆਸਨਾਂ ਦੀ ਟਹਿਲ ਸੇਵਾ ਕਰਨ ਦੀ ਆਗਿਆ ਬਖਸ਼ੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ। ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚਾ ਹੈ। ਰਾਜ ਕਰੇਗਾ ਖਾਲਸਾ। ਕੁਆਰ ਹੋਏ ਸਭ ਮਿਲਹਿਗੇ ਬਚੇ। ਉੱਠ ਗਈ ਸਫਾ ਮਲੇਸ਼ ਕੀ ਕਰ ਕੂੜਾ ਪਾ। ਡੰਕਾ ਵਾਜੇ ਫਤਿਹ ਕਾ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ